ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਪਰ ਸਿਆਸੀ ਪਾਰਟੀਆਂ ਇਸ ਤਰੀਕ ਦੇ ਨਾਲ ਕਿਤੇ ਖੁਸ਼ ਨਜ਼ਰ ਨਹੀਂ ਆ ਰਹੀਆਂ। ਪਹਿਲੇ ਸੀਐਮ ਚੰਨੀ ਤੇ ਬਸਪਾ ਵੱਲੋਂ ਮੰਗ ਕੀਤੀ ਗਈ ਸੀ ਕਿ ਇਸ ਤਾਰੀਖ ਨੂੰ ਅੱਗੇ ਕਰ ਦਿੱਤਾ ਜਾਵੇ, ਪੋਸਟਪੋਨ ਕਰ ਦਿੱਤਾ ਜਾਵੇ ਕਿਉਂਕਿ ਰਵਿਦਾਸ ਜਯੰਤੀ ਹੈ 16 ਫਰਵਰੀ ਨੂੰ। ਤਾਂ ਉਸ ਦੇ ਮੱਦੇਨਜ਼ਰ ਕਈ ਸ਼ਰਧਾਲੂ ਨੇ ਉਹ ਇੱਥੇ ਨਹੀਂ ਹੋਣਗੇ, ਪੰਜਾਬ ਦੇ ਵਿੱਚ ਨਹੀਂ ਹੋਣਗੇ, ਬਨਾਰਸ ਪਹੁੰਚੇ ਹੋਣਗੇ ਮੱਥਾ ਟੇਕਣ ਲਈ। ਤਾਂ ਇਸ ਦੇ ਨਾਲ ਹੀ ਵੋਟਾਂ ਤੇ ਵੱਡਾ ਅਸਰ ਪੈ ਸਕਦਾ ਹੈ। 5 ਲੱਖ ਵੋਟ ਹੈ ਪ੍ਰਭਾਵਿਤ ਹੋ ਸਕਦੀ ਹੈ। ਤੇ ਇਸ ਦੇ ਮੱਦੇਨਜ਼ਰ ਸੀਐਮ ਚੰਨੀ ਵੱਲੋਂ ਤੇ ਬਸਪਾ ਵੱਲੋਂ ਪਹਿਲੇ ਇੱਕ ਚਿੱਠੀ ਲਿਖੀ ਜਾਂਦੀ ਹੈ ਚੋਣ ਕਮਿਸ਼ਨ ਨੂੰ ਤੇ ਇਹ ਅਪੀਲ ਕੀਤੀ ਜਾਂਦੀ ਹੈ ਕਿ ਤਾਰੀਖ ਹੈ ਉਹ ਬਦਲ ਦਿੱਤੀ ਜਾਵੇ। 18 ਫਰਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਵੋਟਾਂ ਪੈਣ। ਪਰ ਇਸ ਦੇ ਨਾਲ ਹੀ ਹੁਣ ਬੀਜੇਪੀ ਵੱਲੋਂ ਵੀ ਇੱਕ ਚਿੱਠੀ ਲਿਖੀ ਗਈ ਹੈ। ਬੀਜੇਪੀ ਦੇ ਨਾਲ ਹੀ ਉਹਨਾਂ ਦਾ ਅਲਾਈਅੰਸ ਪੰਜਾਬ ਲੋਕ ਕਾਂਗਰਸ ਤੇ ਸੁਖਵਿੰਦਰ ਸਿੰਘ ਢੀਂਡਸਾ ਦੀ ਸੈਡ ਸੰਯੁਕਤ ਦਾ ਇੱਕ चिट्ठी है वो चोण कमिशन ਨੂੰ लिखी गई है। ये किया गया है कि तरीक है वो बदल दी जाए। तो मांग इसे करके की जा रही क्योंकि गुरु रविदास जयंती है 16 फरवरी ਨੂੰ, जिस दे करके कई श्रद्धालुओं ने बनारस जाने मत्था टेकन क्योंकि अनुसूचित जाति का वोट बैंक है 32% है। तो यह ਵੱਡਾ ਪ੍ਰਭਾਵ ਪੈ ਸਕਦਾ ਹੈ ਵੋਟਾਂ ਤੇ। 5 ਲੱਖ ਵੋਟਾਂ ਤੇ ਪ੍ਰਭਾਵ ਪੈ ਸਕਦਾ। ਤੇ ਇਸ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਜੋ ਤਰੀਕ ਐਲਾਨੀ ਗਈ ਹੈ ਪੰਜਾਬ ਵਿੱਚ ਚੋਣਾਂ ਲਈ 14 ਫਰਵਰੀ ਤੋਂ ਕਿਤੇ ਖੁਸ਼ ਨਜ਼ਰ ਨਹੀਂ ਆ ਰਹੀਆਂ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਕੁਝ ਹਿਦਾਇਤਾਂ ਵੀ ਲਗਾਈਆਂ ਗਈਆਂ ਨੇ, ਕੁਝ ਰੂਲਸ ਅਪਲਾਈ ਕੀਤੇ ਗਏ ਨੇ। चोण प्रचार ते आज़ादी नहीं दी गई है क्योंकि रैलियां ते रोक लगाई गई है। हालांकि डोर टू डोर चोण प्रचार किया जा सकता है, वर्चुअली किया जा सकता है। हालांकि सियासी पार्टियां वालों इसकी भी इजाजत मंगण की अपील की गई कि इजाजत दी जाए पर कोरोना सिचुएशन के मद्देनज़र है ये हिदायतां ने जारी की गई ने। तो रोक रैलियां ते भी लगाई हुई है। तो इस दौरान इस करके भी लगातार अपील है सियासी पार्टियां वालों चोण कमिशन को की जा रही है कि जो तरीक है वो पोस्टपोन कर दी जाए, अगले पड़ाव दे विच चुनाव किए जान। पंजाब दे विच वोटां 14 फरवरी ਨੂੰ ਪੈਣੀਆਂ ਨੇ ਤਾਂ 14 ਫਰਵਰੀ ਨੂੰ ਵੋਟਾਂ ਨਾ ਪੈਣ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਹੈ। ਤੇ ਜਿਸ ਤਰ੍ਹਾਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਸਿਆਸੀ ਪਾਰਟੀਆਂ ਦੀ ਸਰਗਰਮੀ ਵੀ ਵੱਧ ਰਹੀ ਹੈ। ਤਾਂ ਹੁਣ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ ਹੈ ਕਿ ਹੁਣ ਤਾਰੀਖ ਹੈ ਉਹ ਬਦਲੀ ਜਾ ਸਕਦੀ ਹੈ ਕਿਉਂਕਿ ਸਿਆਸੀ ਪਾਰਟੀਆਂ ਇਸ ਦੇ ਨਾਲ ਖੁਸ਼ ਨਹੀਂ ਨੇ। ਜੋ ਤਾਰੀਖ ਐਲਾਨੀ ਗਈ ਹੈ 14 ਫਰਵਰੀ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ, ਇਸ ਦੀ ਤਾਰੀਖ ਦੇ ਨਾਲ ਸਿਆਸੀ ਪਾਰਟੀਆਂ ਖੁਸ਼ ਨਹੀਂ ਨੇ। ਉਹ ਇਸ ਕਰਕੇ ਕਿਉਂਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਹੈ ਤੇ 5 ਲੱਖ ਜੋ ਲੋਕ ਨੇ ਉਹ ਬਨਾਰਸ ਜਾਂਦੇ ਨੇ, ਮੱਥਾ ਟੇਕਣ ਜਾਂਦੇ ਨੇ ਤੇ ਗੁਰੂ ਰਵਿਦਾਸ ਦੇ ਦੁਆਰ ਤੇ ਮੱਥਾ ਟੇਕਣ ਜਾਣਗੇ ਕਿਉਂਕਿ ਅਨੁਸੂਚਿਤ ਜਾਤੀ ਦਾ ਵੋਟ ਬੈਂਕ ਹੈ ਕਾਫੀ ਵੱਡਾ ਹੈ ਪੰਜਾਬ ਦੇ ਵਿੱਚ। ਤਾਂ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ वोट बैंक प्रभावित हो सकता है, 5 ਲੱਖ वोट प्रभावित हो सकती ने। तो इस करके जो चोणों की तरीक है वो मुलतवी कर देनी चाहिए है, पोस्टपोन कर देनी चाहिए, अगले पड़ाव के चोणां होनियां चाहिए ने क्योंकि 5 ਲੱਖ तो वध लोग इत्थे मौजूद नहीं होणगे पंजाब दे विच। तां वड्डा असर है वोटां ते पै सकदा है। तो सियासी पार्टियां खुश नहीं नज़र आ रही ने। सीएम चन्नी वालों भी एक चिट्ठी लिखी गई सी चोण कमिशन नूं, ये कहा गया सीगा कि तुसीं तरीक है इसनूं बदल दो। 18 फरवरी तो बाद वोटां पाईयां जाण, पंजाब दे विच 18 फरवरी तो बाद वोटां पाईयां जाण। ते इस तो बाद बसपा वालों असीं देखिया कि किस तरह अपील की जाती है चोण कमिशन नूं। ते उस तो बाद हुण बीजेपी अपने अलायंस दे नाल भी ये अपील कर रही है चोण कमिशन नूं कि जो तरीक है वो बदली जाए। कहा जा रहा है कि 5 ਲੱਖ वोट है प्रभावित हो सकती है। तुहानूं दस दईए कि 14 फरवरी ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੇ। 117 ਸੀਟਾਂ ਦੇ ਉਮੀਦਵਾਰਾਂ ਦੀ ਜੋ ਭਵਿੱਖ ਦਾ ਹੈ ਉਹ ਫੈਸਲਾ ਹੋਵੇਗਾ। ਤੇ ਚੀਫ ਇਲੈਕਸ਼ਨ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਸੀਐਮ ਚੰਨੀ ਨੇ ਇੱਕ ਚਿੱਠੀ ਲਿਖੀ ਹੈ ਕਿਹਾ ਕਿ ਅਨੁਸੂਚਿਤ ਜਾਤੀ ਦੇ ਕੁਝ ਲੋਕ ਜੋ 32% ਪੰਜਾਬ ਦੀ ਪੋਪੂਲੇਸ਼ਨ ਦਾ ਹਿੱਸਾ ਨੇ ਕਿ ਉਹ ਪੰਜਾਬ ਦੇ ਵਿੱਚ ਨਹੀਂ ਹੋਣਗੇ। ਕਾਫੀ ਬਨਾਰਸ ਦੇ ਵਿੱਚ ਪਹੁੰਚੇ ਹੋਣਗੇ ਉੱਤਰ ਪ੍ਰਦੇਸ਼ ਦੇ ਵਿੱਚ 10 ਤੋਂ 16 ਫਰਵਰੀ ਦੇ ਦੌਰਾਨ। तो इस दौरान इस कम्यूनिटी के लोग अपनी वोट नहीं पा पाएंगे क्योंकि इन्हां लई एक वड्डा त्योहार हुंदा है, वो वोट नहीं पा पाएंगे। जिस तो बाद एक वड्डा वोट बैंक है वो पंजाब दे विच प्रभावित हो सकता है। अनुसूचित जाति का वड्डा वोट बैंक है प्रभावित हो सकता है। तो वोटिंग डेट है उसनूं वधा दिता जाए, अगे कर दिता जाए इस तरह कि 10 तो 16 फरवरी दे विच पंजाब दे विच इलैक्शनस ना होण, ताकि क्योंकि डेमोक्रेसी है फेयर इलैक्शनस होण, हर कोई वोट पा सके। तो इस वक्त बेहद जरूरी है कि इस तारीख नूं देखते हुए कि जिस तरह गुरु रविदास जयंती है ये 14 फरवरी नूं है, तो इसनूं देखते हुए जो तारीख है वो अगे वधा दिती जाए।
ਤਾਂ ਸੁਸ਼ੀਲ ਚੰਦਰ ਨੂੰ ਚੰਨੀ ਜੀ ਵੱਲੋਂ ਇੱਕ ਲੈਟਰ ਲਿਖੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ 32% ਜੋ ਸਟੇਟ ਦੀ ਪੋਪੂਲੇਸ਼ਨ ਹੈ, ਪੰਜਾਬ ਦੀ ਪੋਪੂਲੇਸ਼ਨ ਹੈ, ਉਹ ਬਨਾਰਸ 'ਚ ਹੋਏਗੀ, यूपी ਦੇ ਬਨਾਰਸ ਵਿੱਚ ਹੋਏਗੀ 10 ਤੋਂ ਲੈ ਕੇ 16 ਫਰਵਰੀ ਦੇ ਦੌਰਾਨ, ਤੇ ਪੰਜਾਬ ਦੇ ਵਿੱਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਵੋਟ ਬੈਂਕ ਹੈ ਪ੍ਰਭਾਵਿਤ ਹੋ ਸਕਦਾ ਹੈ। 13 ਜਨਵਰੀ ਨੂੰ ਇਹ ਚਿੱਠੀ ਹੈ ਲਿਖੀ ਜਾਂਦੀ ਹੈ। ਇਹ ਕਿਹਾ ਜਾਂਦਾ ਹੈ ਕਿ ਤੁਸੀਂ ਡੇਟ ਹੈ ਅੱਗੇ ਕਰ ਦਿਓ, ਅਗਲੇ ਪੜਾਅ ਦੇ ਵਿੱਚ ਵੋਟਾਂ ਪਾਈਆਂ ਜਾਣ। 10 ਤੋਂ 16 ਫਰਵਰੀ ਦੇ ਵਿੱਚ ਵੋਟਾਂ ਨਾ ਪੈਣ, ਇਸ ਦੀ ਅਪੀਲ ਕੀਤੀ ਗਈ ਹੈ। ਤੇ ਇਸ ਦੇ ਨਾਲ ਇਹ ਕਿਹਾ ਗਿਆ ਹੈ ਕਿ 6 ਦਿਨ ਤੱਕ ਐਟਲੀਸਟ ਘੱਟੋ ਘੱਟ 6 ਦਿਨ ਤੱਕ ਵੋਟਾਂ ਮੁਲਤਵੀ ਕਰ ਦੇਣੀਆਂ ਚਾਹੀਦੀਆਂ। ਜੋ ਤਰੀਕ ਹੈ ਅੱਗੇ ਕਰ ਦੇਣੀ ਚਾਹੀਦੀ ਹੈ ਐਟਲੀਸਟ ਘੱਟੋ ਘੱਟ 6 ਦਿਨ ਤੱਕ। ਯਾਨੀ ਕਿ ਉਹਨਾਂ ਦੀ ਮੰਗ ਕੀਤੀ ਗਈ ਹੈ ਕਿ 20 ਤਰੀਕ ਤੋਂ ਬਾਅਦ ਵੋਟਾਂ ਪੰਜਾਬ ਦੇ ਵਿੱਚ ਪਾਈਆਂ ਜਾਣ। ਇਸ ਦੇ ਨਾਲ ਹੀ ਬੀਜੇਪੀ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਵੋਟਾਂ ਦੀ ਡੇਟ ਹੈ ਅੱਗੇ ਕਰ ਦਿੱਤੀ ਜਾਵੇ, ਤੇ ਕਾਰਨ ਇਹੀ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਇੱਕ ਵੱਡਾ ਵੋਟ ਬੈਂਕ ਹੈ ਪੰਜਾਬ ਦਾ ਪ੍ਰਭਾਵਿਤ ਹੋ ਸਕਦਾ ਹੈ, ਤਾਂ ਇਸ ਕਰਕੇ ਇਹ ਕਿਹਾ ਗਿਆ ਹੈ ਕਿ ਤੁਸੀਂ ਤਰੀਕ ਹੈ ਉਹ ਅੱਗੇ ਕਰ ਦਿਓ। ਹਾਲਾਂਕਿ ਬੀਜੇਪੀ ਤੇ ਉਹਨਾਂ ਦੇ ਅਲਾਇੰਸ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ। ਪੀਸੀਐਲ ਤੇ ਸੈਡ ਸੰਯੁਕਤ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ 18 ਫਰਵਰੀ ਤੋਂ ਬਾਅਦ ਵੋਟਾਂ ਕਰੋ, ਕਿਉਂਕਿ 10 ਤੋਂ 16 ਫਰਵਰੀ ਦੇ ਦੌਰਾਨ ਕਾਫੀ ਸ਼ਰਧਾਲੂ ਨੇ ਉਹ ਪੰਜਾਬ ਦੇ ਵਿੱਚ ਮੌਜੂਦ ਨਹੀਂ ਹੋਣਗੇ, यूपी ਦੇ ਬਨਾਰਸ ਵਿੱਚ ਪਹੁੰਚੇ ਹੋਣਗੇ ਗੁਰੂ ਰਵਿਦਾਸ ਜਯੰਤੀ ਕਰਕੇ। ਤਾਂ 10 ਤੋਂ 16 ਫਰਵਰੀ ਦੇ ਦੌਰਾਨ ਪੰਜਾਬ ਦੇ ਵਿੱਚ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ। ਤਾਂ ਵੱਡਾ ਅਪਡੇਟ ਇਸ ਵੇਲੇ ਦਾ ਸਿਆਸਤ ਦੇ ਨਾਲ ਜੁੜਿਆ ਹੋਇਆ ਵੱਡੀ ਖਬਰ ਹੈ ਕਿ ਕੀ ਪੰਜਾਬ ਦੇ ਵਿੱਚ ਚੋਣਾਂ ਦੀ ਤਰੀਕ ਹੈ ਉਹ ਬਦਲੀ ਜਾਏਗੀ, ਕਿਉਂਕਿ ਸਿਆਸੀ ਪਾਰਟੀਆਂ ਕਿਤੇ ਨਾ ਕਿਤੇ ਇਸ ਦੇ ਨਾਲ ਖੁਸ਼ ਨਹੀਂ ਨਜ਼ਰ ਆ ਰਹੀਆਂ ਨੇ। ਤਾਂ ਹੋ ਸਕਦਾ ਹੈ ਕਿ ਤਰੀਕ ਹੈ ਇਸ ਦੇ ਵਿੱਚ ਬਦਲਾਵ ਹੋ ਜਾਏ, ਕਿਉਂਕਿ ਪਹਿਲੇ ਬਸਪਾ ਵੱਲੋਂ, ਫਿਰ ਸੀਐਮ ਚਰਨਜੀਤ ਸਿੰਘ ਚੰਨੀ ਵੱਲੋਂ, ਕਾਂਗਰਸ ਵੱਲੋਂ ਚਿੱਠੀ ਲਿਖੀ ਜਾਂਦੀ ਹੈ, ਤਾਂ ਹੁਣ ਬੀਜੇਪੀ ਵੱਲੋਂ ਵੀ ਇੱਕ ਚਿੱਠੀ ਲਿਖੀ ਗਈ ਹੈ। ਇਹ ਕਿਹਾ ਗਿਆ ਹੈ ਕਿ ਚੋਣਾਂ ਦੀ ਤਰੀਕ ਹੈ ਉਸ ਨੂੰ ਅੱਗੇ ਵਧਾ ਦਿੱਤਾ ਜਾਵੇ, ਅਗਲੇ ਪੜਾਅ ਦੇ ਵਿੱਚ ਵੋਟਾਂ ਪਾਈਆਂ ਜਾਣ। ਉਹ ਇਸ ਕਰਕੇ ਕਿਉਂਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਹੈ, ਕਾਫੀ ਸ਼ਰਧਾਲੂ ਨੇ यूपी ਦੇ ਬਨਾਰਸ ਵਿੱਚ ਪਹੁੰਚੇ ਹੋਣਗੇ ਉੱਥੇ ਨਤਮਸਤਕ ਹੋਣ। ਤਾਂ ਇਸ ਦੌਰਾਨ ਜੋ ਅਨੁਸੂਚਿਤ ਜਾਤੀ ਦਾ ਵੋਟ ਬੈਂਕ ਹੈ 32%, ਉਹ ਬੇहद ਪ੍ਰਭਾਵਿਤ ਹੋ ਸਕਦਾ ਹੈ। 5 ਲੱਖ ਤੋਂ ਵੱਧ ਵੋਟਰ ਨਾਕਾਮ ਹੋ ਸਕਦੇ ਨੇ ਵੋਟ ਪਾਉਣ ਲਈ। ਤਾਂ ਹਰ ਇੱਕ ਨੂੰ ਵੋਟ ਪਾਉਣ ਦੀ ਆਜ਼ਾਦੀ ਹੈ, ਹੱਕ ਹੈ। ਤਾਂ ਇਸ ਦੌਰਾਨ ਹੁਣ ਜੋ ਡੇਟ ਹੈ ਪ੍ਰਭਾਵਿਤ ਕਰ ਸਕਦੀ ਹੈ ਵੋਟ ਬੈਂਕ ਨੂੰ, ਤਾਂ ਜੋ ਤਰੀਕ ਹੈ ਉਸ ਨੂੰ ਅੱਗੇ ਵਧਾ ਦਿੱਤਾ ਜਾਣਾ ਚਾਹੀਦਾ ਹੈ। ਤਾਂ ਸਿਆਸੀ ਪਾਰਟੀਆਂ ਖੁਸ਼ ਨਹੀਂ ਨਜ਼ਰ ਆ ਰਹੀਆਂ ਨੇ। ਜੋ ਤਰੀਕ ਚੋਣ ਕਮਿਸ਼ਨ ਵੱਲੋਂ 8 ਜਨਵਰੀ ਨੂੰ ਐਲਾਨੀ ਜਾਂਦੀ ਹੈ, ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿਉਂਕਿ ਚੋਣ ਪ੍ਰਚਾਰ ਦੀ ਆਜ਼ਾਦੀ ਨਹੀਂ ਦਿੱਤੀ ਗਈ ਰੈਲੀਆਂ ਦੇ ਵਿੱਚ। ਤਾਂ ਰੈਲੀਆਂ ਤੇ ਰੋਕ ਲਗਾਈ ਹੋਈ ਹੈ ਕੋਵਿਡ ਸਿਚੁਏਸ਼ਨ ਦੇਖਦੇ ਹੋਏ। ਜਿਸ ਤਰ੍ਹਾਂ ਰੈਲੀਆਂ ਤੇ ਰੋਕ ਲੱਗੀ ਹੋਈ ਹੈ, ਤੇ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਸਿਆਸੀ ਪਾਰਟੀਆਂ ਚਾਹੁੰਦੀਆਂ ਨੇ ਕਿ ਤਰੀਕ ਹੈ ਉਹ ਅੱਗੇ ਕਰ ਦਿੱਤੀ ਜਾਵੇ। ਤਾਂ ਇੱਕ ਪਾਸੇ ਕੋਵਿਡ ਸਿਚੁਏਸ਼ਨ ਤੇ ਦੂਜੇ ਪਾਸੇ ਸ਼੍ਰੀ ਗੁਰੂ ਰਵਿਦਾਸ ਜਯੰਤੀ ਦਾ ਮੁੱਖ ਕਾਰਨ ਜੋ ਦੱਸਿਆ ਜਾ ਰਿਹਾ। ਤਾਂ ਹੁਣ ਦੇਖਣਾ ਬਣਦਾ ਹੈ ਕਿ ਚੋਣ ਕਮਿਸ਼ਨ ਵੱਲੋਂ ਆਖਿਰ ਇਸ ਤੇ ਕੀ ਫੈਸਲਾ ਲਿਆ ਜਾਏਗਾ, ਕਿਉਂਕਿ ਸਿਆਸੀ ਪਾਰਟੀਆਂ ਵੱਲੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਰੈਲੀਆਂ ਦੀ ਇਜਾਜ਼ਤ ਦਿੱਤੀ ਜਾਵੇ। ਚੋਣਾਂ ਨਜ਼ਦੀਕ ਨੇ, ਰੈਲੀਆਂ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਤਾਂ ਹੀ ਪ੍ਰਚਾਰ ਹੈ ਉਹ ਕੀਤਾ ਜਾ ਸਕੇਗਾ। ਪਰ ਇਸ ਦੌਰਾਨ ਚੋਣ ਕਮਿਸ਼ਨ ਦਾ ਕੀ ਫੈਸਲਾ ਆਏਗਾ, ਚੋਣ ਕਮਿਸ਼ਨ ਇਸ ਬਾਰੇ ਕੀ ਸੋਚਦੀ ਹੈ, ਦੇਖਣਾ ਬਣਦਾ ਹੈ। ਪਰ ਇਸ ਵੇਲੇ ਦਾ ਵੱਡਾ ਅਪਡੇਟ ਹੈ ਕਿ ਸਿਆਸੀ ਪਾਰਟੀਆਂ ਵੋਟਾਂ ਦੀ ਤਰੀਕ ਤੋਂ ਕਿਤੇ ਖੁਸ਼ ਨਹੀਂ ਨਜ਼ਰ ਆ ਰਹੀਆਂ ਨੇ। ਤਾਂ ਤੁਹਾਨੂੰ ਦੱਸ ਦਈਏ ਚੋਣ ਕਮਿਸ਼ਨ ਵੱਲੋਂ ਤਰੀਕ ਐਲਾਨੀ ਗਈ ਸੀ 14 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੇ। ਇੱਕ ਪਾਸੇ ਮਾਹਿਰਾਂ ਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੀਜੀ ਵੇਵ ਵੀ ਹੈ ਉਹ ਪੀਕ ਤੇ ਹੋ ਸਕਦੀ ਹੈ, ਵੱਧ ਤੋਂ ਵੱਧ ਕੇਸ ਫਰਵਰੀ ਦੇ ਮਿਡ ਤੱਕ ਆ ਸਕਦੇ ਨੇ। ਤਾਂ ਜ਼ਿਆਦਾਤਰ ਕੇਸਿਸ, ਜ਼ਿਆਦਾ ਲੋਕ ਪ੍ਰਭਾਵਿਤ ਹੋ ਸਕਦੇ ਨੇ ਇਸ ਬਿਮਾਰੀ ਦੇ ਨਾਲ। ਪਰ ਇਸ ਦੌਰਾਨ ਪ੍ਰਸ਼ਾਸਨ ਹੈ ਵੱਖ-ਵੱਖ ਜ਼ਿਲ੍ਹਿਆਂ ਦਾ ਪੂਰੀ ਤਿਆਰੀ ਕਰਕੇ ਬੈਠਾ ਹੋਇਆ ਹੈ ਕਿ ਕਿਸ ਤਰ੍ਹਾਂ ਜੇਕਰ ਤੀਜੀ ਲਹਿਰ ਵੀ ਆਉਂਦੀ ਹੈ ਤਾਂ ਵੋਟਾਂ ਕਿਸ ਤਰ੍ਹਾਂ ਪਾਣੀਆਂ ਨੇ। ਤਾਂ ਸੀਲਡ ਬੈਲਟ ਪੇਪਰ ਰਾਹੀਂ ਵੋਟਾਂ ਪੈਣਗੀਆਂ, ਚਾਹੇ ਤੁਸੀਂ ਕਰੋਨਾ ਪੀੜਿਤ ਹੋ, ਸੀਨੀਅਰ ਸਿਟੀਜ਼ਨ ਹੋ, ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਹੈਲਥ ਕੰਡੀਸ਼ਨ ਨੂੰ ਦੇਖਦੇ ਹੋਏ, ਤਾਂ ਤੁਹਾਡੇ ਘਰ ਮੁਲਾਜ਼ਮ ਆਣਗੇ ਤਾਂ ਤੁਹਾਡੀ ਵੋਟ ਤੁਹਾਡੇ ਘਰੋਂ ਹੀ ਲੈ ਕੇ ਜਾਣਗੇ। ਤਾਂ ਸੀਲਡ ਬੈਲਟ ਪੇਪਰ ਰਾਹੀਂ ਵੋਟ ਪਾ ਸਕਦੇ ਨੇ ਕਰੋਨਾ ਦੇ ਮਰੀਜ਼ ਵੀ। ਪਰ ਇਸ ਦੇ ਨਾਲ ਜਿਸ ਤਰ੍ਹਾਂ ਰੋਕ ਲਗਾਈ ਗਈ ਹੈ ਕੋਵਿਡ ਸਿਚੁਏਸ਼ਨ ਨੂੰ ਦੇਖਦੇ ਹੋਏ, ਰੈਲੀਆਂ ਤੇ ਰੋਕ ਲਗਾਈ ਗਈ ਹੈ। ਹਾਲਾਂਕਿ ਡੋਰ ਟੂ ਡੋਰ ਕੈਂਪੇਨ ਦੀ ਆਜ਼ਾਦੀ ਦਿੱਤੀ ਹੋਈ ਹੈ, ਪਰ ਸਿਆਸੀ ਪਾਰਟੀਆਂ ਇਸ ਤੋਂ ਖੁਸ਼ ਨਹੀਂ ਨਜ਼ਰ ਆ ਰਹੀਆਂ ਨੇ। ਤਾਂ ਇੱਕ ਕਾਰਨ ਜਿੱਥੇ ਰੈਲੀਆਂ ਤੇ ਰੋਕ ਲੱਗੀ ਹੋਈ ਹੈ, ਤੇ ਦੂਜਾ ਕਾਰਨ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਵੋਟ ਬੈਂਕ ਹੈ ਵੱਡਾ ਪ੍ਰਭਾਵਿਤ ਹੋ ਸਕਦਾ ਹੈ, ਉਹ ਇਸ ਕਰਕੇ ਕਿਉਂਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਹੈ। ਤਾਂ 10 ਤੋਂ 16 ਫਰਵਰੀ ਦੇ ਦੌਰਾਨ ਕਈ ਸ਼ਰਧਾਲੂ ਨੇ ਪੰਜਾਬ ਤੋਂ, ਜੋ ਕਿ ਸੀਐਮ ਚੰਨੀ ਦੇ ਮੁਤਾਬਕ 20 ਲੱਖ ਤੋਂ ਵੱਧ ਸ਼ਰਧਾਲੂ ਨੇ, ਉਹ यूपी ਦੇ ਬਨਾਰਸ ਦੇ ਵਿੱਚ ਪਹੁੰਚੇ ਹੋਣਗੇ ਉੱਥੇ ਨਤਮਸਤਕ ਹੋਣ। ਤਾਂ ਇਸ ਦੌਰਾਨ ਉਹ ਵੋਟ ਪਾਉਣ ਲਈ ਅਸਮਰੱਥ ਹੋਣਗੇ। ਤਾਂ ਇਸ ਕਰਕੇ ਇਹ ਤਰੀਕ ਹੈ ਉਹ ਅੱਗੇ ਕਰ ਦੇਣੀ ਚਾਹੀਦੀ ਹੈ। ਹਾਲਾਂਕਿ ਚੋਣ
ਕਮਿਸ਼ਨ ਦਾ ਕੀ ਫੈਸਲਾ ਆਂਦਾ ਇਸ ਤੇ ਇਹ ਦੇਖਣਾ ਬਣਦਾ ਹੈ। ਤਾਂ ਪਹਿਲੇ ਬਸਪਾ, ਫਿਰ ਸੀਐਮ ਚਰਨਜੀਤ ਸਿੰਘ ਚੰਨੀ ਤੇ ਹੁਣ ਭਾਜਪਾ ਵੱਲੋਂ ਵੀ ਇਹੀ ਅਪੀਲ ਹੈ ਇਹ ਕੀਤੀ ਜਾ ਰਹੀ ਹੈ ਕਿ ਚੋਣਾਂ ਦੀ ਤਰੀਕ ਹੈ ਉਹ ਅੱਗੇ ਵਧਾ ਦਿੱਤੀ ਜਾਵੇ। ਤਾਂ ਭਾਰਤੀ ਜਨਤਾ ਪਾਰਟੀ ਨੇ ਕੱਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ECI ਨੂੰ ਇੱਕ ਚਿੱਠੀ ਲਿਖੀ ਹੈ। ਇਹ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਅੱਗੇ ਵਧਾ ਦਿੱਤੀਆਂ ਜਾਣ, ਮੁਲਤਵੀ ਕਰ ਦਿੱਤੀਆਂ ਜਾਣ, ਇਸ ਕਰਕੇ ਕਿਉਂਕਿ ਸ਼੍ਰੀ ਗੁਰੂ ਰਵਿਦਾਸ ਜਯੰਤੀ ਹੈ ਉਹ 16 ਫਰਵਰੀ ਨੂੰ ਹੈ ਤੇ 2 ਦਿਨ ਪਹਿਲੇ ਚੋਣਾਂ ਹੋਣੀਆਂ ਨੇ, ਵੋਟਾਂ ਪੈਣਗੀਆਂ ਤੇ 2 ਦਿਨ ਬਾਅਦ ਗੁਰੂ ਰਵਿਦਾਸ ਜਯੰਤੀ ਤੇ ਇੱਕ ਚਿੱਠੀ ਲਿਖੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਚੋਣਾਂ ਦੀ ਤਰੀਕ ਹੈ ਉਹ ਅੱਗੇ ਵਧਾ ਦਿਓ, ਇਸ ਕਰਕੇ ਕਿਉਂਕਿ ਕਾਫੀ ਵੋਟ ਬੈਂਕ ਹੈ ਉਹ ਪ੍ਰਭਾਵਿਤ ਹੋ ਸਕਦਾ ਹੈ। ਤਾਂ ਲਗਾਤਾਰ ਪਾਸੇ ਰੈਲੀਆਂ ਤੇ ਵੀ ਰੋਕ ਲਗਾਈ ਗਈ ਹੈ ਤੇ ਦੂਜੇ ਪਾਸੇ ਤਰੀਕ ਹੈ ਉਹ ਸਿਆਸੀ ਪਾਰਟੀਆਂ ਇਸ ਤਰੀਕ ਦੇ ਨਾਲ ਖੁਸ਼ ਨਹੀਂ ਨੇ। ਤਾਂ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਫੈਸਲੇ ਦੌਰਾਨ ਜੋ ਰੈਲੀਆਂ ਨੇ ਉਸ ਤੇ ਰੋਕ ਵਧਾ ਕੇ 22 ਜਨਵਰੀ ਤੱਕ ਕਰ ਦਿੱਤੀ ਗਈ ਹੈ, ਤਾਂ ਇੱਕ ਇਹ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਰੈਲੀਆਂ ਤੇ ਰੋਕ ਹੈ ਤਾਂ ਇਜਾਜ਼ਤ ਨਹੀਂ ਹੈ ਕਿ ਲੋਕਾਂ ਨੂੰ ਜਾ ਕੇ ਮਿਲ ਸਕਣ, ਪਰ ਇਸ ਦੇ ਨਾਲ ਹੀ ਹੁਣ ਜਿਸ ਤਰ੍ਹਾਂ ਦੀ ਜੋ ਕਿਹਾ ਜਾ ਰਿਹਾ ਸਿਆਸੀ ਪਾਰਟੀਆਂ ਵੱਲੋਂ ਖੁਸ਼ ਨਹੀਂ ਨਜ਼ਰ ਆ ਰਹੇ ਨੇ ਤਰੀਕ ਦੇ ਨਾਲ, ਉਹ ਇਸ ਕਰਕੇ ਕਿਉਂਕਿ ਗੁਰੂ ਰਵਿਦਾਸ ਜਯੰਤੀ 16 ਫਰਵਰੀ ਨੂੰ ਹੈ ਤਾਂ ਇਸ ਕਰਕੇ ਵੋਟ ਬੈਂਕ ਹੈ ਪੰਜਾਬ ਦਾ ਉਹ ਪ੍ਰਭਾਵਿਤ ਹੋ ਸਕਦਾ ਹੈ। 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜਯੰਤੀ ਹੈ ਤੇ ਪੰਜਾਬ ਤੋਂ ਤਕਰੀਬਨ 20 ਲੱਖ ਤੋਂ ਵੱਧ ਜੋ ਸ਼ਰਧਾਲੂ ਨੇ ਯੂਪੀ ਦੇ ਬਨਾਰਸ ਵਿੱਚ ਪਹੁੰਚੇ ਹੋਣਗੇ ਤਾਂ ਇਸ ਕਰਕੇ ਵੋਟ ਨਹੀਂ ਪਾ ਸਕਣਗੇ ਉਹ। ਤਾਂ ਇਹ ਅਪੀਲ ਕੀਤੀ ਗਈ ਹੈ ਕਿ ਤਰੀਕ ਵਧਾ ਦਿੱਤੀ ਜਾਵੇ। ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀਗਾ ਕਿ ਘੱਟੋ ਘੱਟ 6 ਦਿਨ ਅੱਗੇ ਵਧਾ ਦਿੱਤੀ ਜਾਵੇ, ਯਾਨੀ ਕਿ 20 ਫਰਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਵੋਟਾਂ ਪਾਈਆਂ ਜਾਣ। ਇਸ ਦੇ ਨਾਲ ਹੀ ਕੱਲ ਭਾਜਪਾ ਵੱਲੋਂ ਵੀ ਇਹੀ ਅਪੀਲ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ 18 ਫਰਵਰੀ ਤੋਂ ਬਾਅਦ ਹੈ ਪੰਜਾਬ ਦੇ ਵਿੱਚ ਵੋਟਾਂ ਦੀ ਤਰੀਕ ਹੈ ਉਹ ਲਾਣੀ ਜਾਏ, 18 ਫਰਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਵੋਟਾਂ ਪਾਈਆਂ ਜਾਣ। ਤਾਂ ਸਿਆਸਤ ਨਾਲ ਜੁੜਿਆ ਹੋਇਆ ਵੱਡਾ ਅਪਡੇਟ ਹੈ। ਹਾਲਾਂਕਿ ਇਹ ਦੇਖਣ ਨੂੰ ਮਿਲੇਗਾ ਕਿ ਚੋਣ ਕਮਿਸ਼ਨ ਇਸ ਤੇ ਕੀ ਫੈਸਲਾ ਲੈਂਦੀ ਹੈ, ਕਿਉਂਕਿ ਸਿਆਸੀ ਪਾਰਟੀਆਂ ਵੱਲੋਂ ਪਹਿਲੇ ਵੀ ਚਿੱਠੀ ਲਿਖੀ ਜਾਂਦੀ ਹੈ। ਕੋਵਿਡ ਸਿਚੁਏਸ਼ਨ ਦੇ ਦੌਰਾਨ ਰਿਵਿਊ ਕਰਨ ਲਈ ਕਿਹਾ ਜਾਂਦਾ ਕਿ ਰੈਲੀਆਂ ਤੇ ਇਜਾਜ਼ਤ ਦਿੱਤੀ ਜਾਵੇ, ਪਰ ਸੁਣਵਾਈ ਨਹੀਂ ਹੁੰਦੀ। ਰੈਲੀਆਂ ਤੇ ਰੋਕ ਹੈ 22 ਜਨਵਰੀ ਤੱਕ ਵਧਾ ਦਿੱਤੀ ਜਾਂਦੀ ਹੈ। ਹਾਲਾਂਕਿ ਵਰਚੁਅਲ ਕੈਂਪੇਨ, ਡੋਰ ਟੂ ਡੋਰ ਕੈਂਪੇਨ ਦੀ ਇਜਾਜ਼ਤ ਦਿੱਤੀ ਹੋਈ ਹੈ, ਜਿਸ ਤੋਂ ਬਾਅਦ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਤਾਂ ਇੱਕ ਸੁਣਵਾਈ ਨਹੀਂ ਹੋਈ ਸੀ ਤਾਂ ਇੱਕ ਮੁੱਖ ਕਾਰਨ ਰੈਲੀਆਂ ਤੇ ਰੋਕ ਲੱਗਣਾ, ਚੋਣ ਪ੍ਰਚਾਰ ਦੀ ਆਜ਼ਾਦੀ ਨਾ ਹੋਣਾ ਫਿਜ਼ੀਕਲੀ, ਤਾਂ ਮੁੱਖ ਕਾਰਨ ਦੱਸਿਆ ਜਾ ਰਿਹਾ। ਤੇ ਇਸ ਦੇ ਨਾਲ ਹੀ ਜਿਸ ਤਰ੍ਹਾਂ ਵੋਟ ਬੈਂਕ ਪ੍ਰਭਾਵਿਤ ਹੋ ਸਕਦਾ ਹੈ, 5 ਲੱਖ ਤੋਂ ਵੱਧ ਲੋਕ ਵੋਟ ਸ਼ਾਇਦ ਨਹੀਂ ਪਾ ਸਕਣਗੇ। ਸਿਆਸੀ ਪਾਰਟੀਆਂ ਕਹਿ ਰਹੀਆਂ ਨੇ, ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 20 ਲੱਖ, ਬੀਜੇਪੀ ਦਾ ਕਹਿਣਾ ਹੈ ਕਿ 5 ਲੱਖ ਵੋਟ ਬੈਂਕ ਹੈ ਪ੍ਰਭਾਵਿਤ ਹੋਏਗਾ, ਕਿਉਂਕਿ ਅਨੁਸੂਚਿਤ ਜਾਤੀ ਦਾ ਜੋ ਵੋਟ ਬੈਂਕ ਹੈ ਪੰਜਾਬ ਦੇ ਵਿੱਚ ਉਹ 32% ਹੈ। ਤਾਂ ਹੁਣ ਦੇਖਣਾ ਬਣਦਾ ਹੈ ਕਿ ਚੋਣ ਕਮਿਸ਼ਨ ਦਾ ਇਸ ਤੇ ਕੀ ਫੈਸਲਾ ਆਉਂਦਾ ਹੈ। ਸਿਆਸੀ ਸਰਗਰਮੀਆਂ ਤੇਜ਼ ਨੇ ਤਾਂ ਸੂਚੀਆਂ ਵੀ ਜਾਰੀ ਕੀਤੀ ਜਾ ਰਹੀਆਂ ਨੇ, ਲਿਸਟ ਜਾਰੀ ਕੀਤੀ ਜਾ ਰਹੀ ਹੈ ਸਾਰੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀ। ਤਾਂ ਲਗਾਤਾਰ ਸਿਆਸਤ ਨੂੰ ਲੈ ਕੇ ਨਾਰਾਜ਼ਗੀਆਂ ਵੀ ਪਾਰਟੀਆਂ ਦੇ ਵਿੱਚ ਜਤਾਈਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਟਿਕਟ ਕੱਟੀ ਜਾ ਰਹੀ ਹੈ ਉਹ ਨਾਰਾਜ਼ ਵੀ ਦਿਖਾਈ ਦੇ ਰਹੇ ਨੇ, ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇਸ ਦੇ ਨਾਲ ਹੀ ਸਿਆਸੀ ਪਾਰਟੀ ਇੱਕ ਪਾਸੇ ਤਰੀਕਾਂ ਨੂੰ ਲੈ ਕੇ ਵੀ ਖੁਸ਼ ਨਹੀਂ ਨੇ। ਜਿਸ ਤਰ੍ਹਾਂ 14 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਦੀ ਤਰੀਕ ਐਲਾਨੀ ਗਈ ਹੈ ਤਾਂ ਕਿਤੇ ਖੁਸ਼ ਨਹੀਂ ਨਜ਼ਰ ਆ ਰਹੀਆਂ ਨੇ। ਤਾਂ ਹੁਣ ਦੇਖਣਾ ਬਣਦਾ ਹੈ ਕਿ ਜਿਸ ਤਰ੍ਹਾਂ ਬਸਪਾ ਵੱਲੋਂ ਪਹਿਲੇ, ਫਿਰ ਕਾਂਗਰਸ ਵੱਲੋਂ ਸੀਐਮ ਚਰਨਜੀਤ ਸਿੰਘ ਚੰਨੀ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਤਾਂ ਹੁਣ ਬੀਜੇਪੀ ਵੱਲੋਂ ਵੀ ਚਿੱਠੀ ਲਿਖੀ ਗਈ ਹੈ ਤੇ 3 ਸਿਆਸੀ ਪਾਰਟੀਆਂ ਵੱਲੋਂ ਚਿੱਠੀ ਲਿਖੀ ਗਈ ਹੈ। ਤਾਂ ਦੇਖਣਾ ਬਣਦਾ ਹੈ ਕਿ ਕੀ ਫੈਸਲਾ ਚੋਣ ਕਮਿਸ਼ਨ ਵੱਲੋਂ ਅੱਗੇ ਲਿਆ ਜਾਂਦਾ ਹੈ।